ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਖਬਰਾਂ ਟੀਵੀ ਤੇ ਮੈਂ ਆ ਸੁਖਪਿੰਦਰ ਸਿੰਘ ਗਿੱਲ। ਅੱਜ ਗੱਲ ਕਰਾਂਗੇ ਲਖੀਮਪੁਰ ਖੀਰੀ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਵਿੱਚ ਸਮਝੌਤਾ ਵੀ ਹੋ ਗਿਆ, ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਲਗਾਤਾਰ ਬਿਆਨਬਾਜ਼ੀ ਤੇ ਲੱਗੀਆਂ ਹੋਈਆਂ ਨੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਆ ਕਿ ਜੋ ਵੀ ਘਟਨਾ ਵਾਪਰੀ ਹੈ, ਜੋ ਵੀ ਜਿਹੜਾ ਮਾਤਮੀ ਸਨਾਟਾ ਛਾਇਆ ਉਸ ਦੇ ਪਿੱਛੇ ਨੇ ਜਿਹੜੇ ਨਰਿੰਦਰ ਮੋਦੀ ਨੇ। ਇਸ ਤੋਂ ਇਲਾਵਾ ਕਾਂਗਰਸ ਵੱਲੋਂ ਵੀ ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਯੋਗੀ ਸਰਕਾਰ ਤੇ ਮੋਦੀ ਸਰਕਾਰ ਤੇ ਲਾਏ ਜਾ ਰਹੇ ਨੇ। ਤੇ ਦੂਸਰੀ ਜਿਹੜੀ ਖਬਰ ਹੋਏਗੀ ਉਹ ਹੋਏਗੀ ਸੁਪਰੀਮ ਕੋਰਟ ਨੇ ਕਿਹਾ ਕਿ ਜਦ ਖੇਤੀ ਕਾਨੂੰਨ ਨੇ ਜਿਹੜੇ ਉਹ ਲਾਗੂ ਨਹੀਂ ਹੋਏ ਤੇ ਉਹਨਾਂ ਤੇ ਰੋਕ ਲੱਗੀ ਹੋਈ ਹੈ ਤਾਂ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ। ਇਹ ਦੋਵੇਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਜੀ। ਧਾਲੀਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ, ਮਿਹਰਬਾਨੀ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਤੁਹਾਡੇ ਰਾਹੀਂ ਜੀ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਰਾਜਨੀਤਿਕ ਜਿਹੜਾ ਰਵੱਈਆ ਹੈ ਇਸ ਘਟਨਾ ਦੇ ਪਿੱਛੇ ਲਗਾਤਾਰ ਆਮ ਆਦਮੀ ਪਾਰਟੀ ਦਾ ਵਫਦ ਵੀ ਉੱਥੇ ਜਾਂਦਾ ਹੈ, ਜਿਹੜੇ ਅਕਾਲੀ ਦਲ ਨੇ ਵੀ ਇਹੋ ਜਿਹਾ ਐਲਾਨ ਕੀਤਾ ਤੇ ਕਾਂਗਰਸ ਪਾਰਟੀ ਦੇ ਕਈ ਨੇਤਾ ਪ੍ਰਿਅੰਕਾ ਗਾਂਧੀ ਹੋਰੀ ਉੱਥੇ ਗ੍ਰਿਫਤਾਰ ਹੁੰਦੇ ਆ ਤੇ ਆਮ ਆਦਮੀ ਪਾਰਟੀ ਤੋਂ ਸੰਜੇ ਸਿੰਘ ਹੋਰੀ ਹੁੰਦੇ ਆ। ਤਾਂ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਜਾਂ ਕਦਮ ਚੁੱਕੇ ਜਾ ਰਹੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਘਟਨਾ ਦੇ ਵਿੱਚ ਜਿਹੜਾ ਸਮਝੌਤਾ ਹੋਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹਦੇ ਵਿੱਚ ਸਿੱਧੀ ਗੱਲ ਇਹ ਹੈ ਕਿ ਜਿਹੜਾ ਜਿਹਾ ਮਾਹੌਲ ਹੁੰਦਾ ਹੈ ਚੋਣਾਂ ਕਰਕੇ ਯੂਪੀ ਵਿੱਚ ਵੀ ਪੰਜਾਬ ਵਿੱਚ ਵੀ ਜਿਹੜਾ ਰਾਜਨੀਤਿਕ ਮਾਹੌਲ ਹੈ ਉਹ ਬਿਲਕੁਲ ਗਰਮ ਹੈ। ਚੋਣਾਂ ਨੇੜੇ ਨੇ, ਉਹਦੇ ਕਰਕੇ ਹਰ ਇੱਕ ਘਟਨਾ ਨੂੰ ਹਰ ਇੱਕ ਸਿਆਸੀ ਪਾਰਟੀ ਹੈ, ਆਪਾਂ ਕਿਸੇ ਇੱਕ 'ਤੇ ਦੋਸ਼ ਨਹੀਂ ਲਾ ਸਕਦੇ, ਹਰ ਇੱਕ ਸਿਆਸੀ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਦਾ ਜਿਹੜਾ ਵਹਾਅ ਹੈ, ਵਹਿਣ ਹੈ, ਇਹਨੂੰ ਕਿਸੇ ਤਰ੍ਹਾਂ ਆਪਣੇ ਵੱਲ ਮੋੜਿਆ ਜਾਵੇ, ਇਹਦਾ ਵੱਧ ਤੋਂ ਵੱਧ ਕੋਈ ਫਾਇਦਾ ਲਿਆ ਜਾਵੇ। ਜੇ ਇਹਨੂੰ ਮੋਟੇ ਰੂਪ 'ਚ ਦੇਖੀਏ ਕਿ ਉਹ ਜਿਹੜੀ ਬੈਲਟ ਹੈ ਜੀ, ਮੈਂ ਤਾਂ ਜੋਗ੍ਰਾਫੀਕਲੀ ਵੀ ਉੱਥੇ ਜਾ ਕੇ ਦੇਖਿਆ, ਪਲੀਆ ਕਾਫੀ ਵੱਡਾ ਏਰੀਆ ਹੈ, ਉੱਥੇ ਵੀ ਪੰਜਾਬੀ ਕਿਸਾਨ ਬਹੁਤ ਨੇ, ਲਖੀਮਪੁਰ ਖੀਰੀ ਵੀ ਬਹੁਤ ਨੇ, ਗੰਨੇ ਦੀ ਉੱਥੇ ਮੇਨ ਕਾਸ਼ਤ ਹੁੰਦੀ ਹੈ। ਇਸ ਐਜੀਟੇਸ਼ਨ ਦੇ ਵਿੱਚ ਥੋੜ੍ਹਾ ਜਿਹਾ ਇੱਕ ਗੱਲ ਦਾ ਫਰਕ ਹੈ ਕਿ ਉੱਥੇ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਨਾਲ ਵੀ ਇਹ ਗੱਲ ਜੁੜੀ ਹੋਈ ਹੈ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਹੋਈ ਹੈ ਜਾਂ ਜਿਹੜਾ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਮੈਂਟ ਕੀਤੇ ਨੇ, ਉਹ ਜਿਹੜੀ ਅਰਜੀ ਹੈ ਉਹ ਸੰਯੁਕਤ ਕਿਸਾਨ ਮੋਰਚਾ ਵੱਲੋਂ ਨਹੀਂ ਦਿੱਤੀ ਗਈ ਜੀ, ਉਹ ਇੱਕ ਹੋਰ ਮੋਰਚਾ ਹੈ ਜੀ। ਉਹਨਾਂ ਲੋਕਾਂ ਦਾ ਵੀ ਉਸ ਏਰੀਏ 'ਚ ਕੁਛ ਆਧਾਰ ਹੈਗਾ ਜੀ ਵਿਸ਼ੇਸ਼ ਤੌਰ 'ਤੇ। ਸੋ ਇਸ ਕਰਕੇ ਇਹਨੂੰ ਉਹਦੇ ਨਾਲ ਵੀ ਜੋੜ ਕੇ ਦੇਖਣਾ ਮੇਰੇ ਖਿਆਲ ਮੁਤਾਬਕ ਜ਼ਰੂਰੀ ਹੈ। ਦੂਸਰਾ ਇਹ ਹੈ ਕਿ ਇਹ ਜੋ ਮੈਨੂੰ ਸਮਝ 'ਚ ਆ ਰਿਹਾ ਹੈ ਕਿ ਇਹ ਸਾਰੇ ਕਾਸੇ ਨੂੰ ਸ਼ਾਇਦ ਯੂਪੀ ਦੀਆਂ ਚੋਣਾਂ 'ਚ ਯੂਪੀ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਇਸ ਕਰਕੇ ਜੋੜ ਕੇ ਦੇਖਿਆ ਹੋਵੇ ਕਿ ਇਹਨੂੰ ਸਿੱਖਾਂ ਨਾਲ ਜੋੜ ਕੇ, ਜਿਵੇਂ ਜਦੋਂ ਟਕੈਤ ਦੇ ਅਥਰੂ ਆਏ ਨੇ ਉਦੋਂ ਵੀ ਇੱਕ ਪਿਛਲੇ ਪਾਸੇ ਸਾਜ਼ਿਸ਼ ਇਹੀ ਸੀ ਵੀ ਕਿਸੇ ਤਰ੍ਹਾਂ ਇਹਨੂੰ ਸਿੱਖ ਵਰਸਸ ਯੂਪੀ ਵਾਲਿਆਂ ਦਾ ਦੰਗਾ ਬਣਾ ਦਈਏ ਜੀ। ਇਸ ਤਰ੍ਹਾਂ ਹੀ ਮੈਨੂੰ ਇਹ ਲੱਗ ਰਿਹਾ ਵੀ ਇਹਦੇ ਵਿੱਚ ਸਾਰਾ ਜਾਣ ਬੁੱਝ ਕੇ ਭੜਕਾਟ ਪੈਦਾ ਕਰਨ ਦਾ ਮਤਲਬ ਇਹ ਹੈ ਕਿ ਉਹ ਭੜਕਾਟ ਪੈਦਾ ਹੋ ਜਾਏ ਅਤੇ ਭੜਕਾਟ ਪੈਦਾ ਹੋਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਦੰਗਿਆਂ ਦਾ ਰੂਪ ਦੇ ਦਿੱਤਾ ਜਾਵੇ। ਇਹ ਸਾਰਾ ਕੁਛ ਲੱਗਦਾ ਤਾਂ ਪਲੈਨਿੰਗ ਹੀ ਹੈ। ਜਿਸ ਕਿਸਮ ਨਾਲ ਉਹ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਹੈ, ਮਤਲਬ ਮੁੱਖ ਮੰਤਰੀ ਇੱਦਾਂ ਦੀ ਗੱਲ ਕਵੇ ਆਪਦੇ ਆਪ 'ਚ ਹੈ ਤਾਂ ਬੜੀ ਸ਼ਰਮ ਦੀ ਗੱਲ ਹੈ। ਮਤਲਬ ਇੱਕ ਕੋਈ ਪਿਓ, ਜਿਹੜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਇਹ ਜਨਤਾ ਦੇ ਮਾਂ ਪਿਓ ਹੁੰਦੇ ਨੇ, ਇੱਕ ਪਿਓ ਇੱਦਾਂ ਦੀ ਸਾਜ਼ਿਸ਼ ਰਚੇ ਵੀ ਆਪਦੇ 3-4 ਮੁੰਡਿਆਂ ਨੂੰ ਲੜਾ ਕੇ ਰੱਖੀਏ ਤੇ ਆਪਣਾ ਸ਼ਾਮ ਦਾ ਪਿਆਲਾ ਵਧੀਆ ਆ ਜਾਇਆ ਕਰੂਗਾ ਜਿੰਨਾ ਚਿਰ ਇਹ ਲੜਨਗੇ। ਮਤਲਬ ਇਹ ਮੈਨੂੰ ਇਹ ਲੱਗ ਰਿਹਾ ਘਿਨਾਉਣੀ ਗੱਲ ਹੈ। ਪਰੰਤੂ ਇਹ ਹੈ ਯੂਪੀ ਦੇ ਵਿੱਚ ਵੀ ਜਿਹੜਾ ਇਹਦੇ ਵਿੱਚ ਹੁਣ ਕੋਈ ਦੋ ਰਾਇਆਂ ਰਹੀ ਨਹੀਂ ਗਈਆਂ ਕਿ ਇਹ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਬੱਡੀ 'ਚ ਫਲਾਣਾ ਬੰਦਾ ਗੁੱਟ ਦਾ ਬੜਾ ਮਾਹਰ ਹੈ, ਫਲਾਣਾ ਬੰਦਾ ਕੈਂਚੀ ਮਾਰਦਾ ਹੈ, ਇਹਦੇ ਵਿੱਚ ਇਹ ਵੀ ਹੈ ਕਿ ਬੀਜੇਪੀ ਹੈ ਜਿਹੜੀ ਹੈ ਨਾ ਦੰਗਿਆਂ ਦੀ ਬਹੁਤ ਮਾਹਰ ਹੈ। ਪਰੰਤੂ ਇੱਥੇ ਆ ਕੇ ਮੈਨੂੰ ਇਹ ਲੱਗ ਰਿਹਾ ਵੀ ਹੁਣ ਪਿੱਟ ਰਹੇ ਨੇ ਇਹ ਜੀ, ਉਹ ਜਿਹੜੀ ਦੰਗਿਆਂ ਵਾਲੀ ਉਹਨਾਂ ਦੀ ਚਾਲ ਹੈ ਉਹ ਕਾਮਯਾਬ ਨਹੀਂ ਹੋ ਰਹੀ ਜਿਵੇਂ ਪਹਿਲਾਂ ਹੋ ਗਈ ਸੀ।
ਔਰ ਮਤਲਬ ਇਹਨਾਂ ਨੂੰ ਬੜਾ ਮਾਹਰ ਸਮਝਿਆ ਜਾਂਦਾ ਸੀ ਆਪਣੇ ਜੋਗੀ ਜੀ ਨੂੰ, ਤਾਂ ਵੀ ਇਹ ਤਾਂ ਬਿਲਕੁਲ ਹੀ ਕਮਾਲ ਕਰ ਦੇਣਗੇ। ਪਰ ਮੈਨੂੰ ਲੱਗਦਾ ਵੀ ਗੱਲ ਸਿਰੇ 'ਤੇ ਆ ਗਈ, ਕਮਾਲ ਹੋ ਨਹੀਂ ਰਹੀ। ਸੋ ਇਸ ਕਿਸਮ 'ਚ ਇਹ ਉਸ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਮੰਤਰੀ ਦਾ ਲੜਕਾ ਜਿਵੇਂ ਉੱਥੇ ਪਹੁੰਚਿਆ ਹੈ ਉਹ ਦੰਗੇ 'ਚ, ਮੈਂ ਗੱਲ ਲੰਬੀ ਨਾ ਕਰਾਂ ਕਿਉਂਕਿ ਸਵਾਲ ਤੁਹਾਡਾ ਸੁਖਵੀਰ ਜੀ ਨਾਲ ਵੀ ਜੁੜਿਆ। ਇਹਦੇ ਵਿੱਚ ਇਹ ਹੈ ਕਿ ਮੈਨੂੰ ਇਹ ਲੱਗ ਰਿਹਾ ਵੀ ਪਹਿਲਾਂ ਉਹਨਾਂ ਨੇ ਕੋਈ ਨਿੱਕੀਆਂ ਮੋਟੀਆਂ ਸਾਜ਼ਿਸ਼ਾਂ ਕੀਤੀਆਂ ਹੋਣਗੀਆਂ ਜਿਹੜੀਆਂ ਨੇ ਆਪਣਾ ਅਸਰ ਨਹੀਂ ਦਿਖਾਇਆ। ਮੈਨੂੰ ਪਰਸਨਲੀ ਇਹ ਲੱਗਦਾ ਕਿ ਉਸ ਪ੍ਰੋਵੋਕੇਸ਼ਨ 'ਚੋਂ ਫਿਰ ਉਹਨੂੰ ਮੈਦਾਨ 'ਚ ਉਤਰਨਾ ਪਿਆ। ਉਹਨੇ ਮੈਦਾਨ 'ਚ ਉਤਰ ਕੇ ਮਤਲਬ ਜਾਂ ਤਾਂ ਹੰਕਾਰ ਕਹਿ ਲਓ ਜਾਂ ਮਤਲਬ ਇਹ ਕਹਿ ਲਓ ਕਿ ਉਹਦੇ ਪਿਓ ਨੇ ਪਹਿਲਾਂ ਹੀ ਸਟੇਟਮੈਂਟ ਦਿੱਤੀ ਵੀ ਤੁਸੀਂ ਮੈਨੂੰ ਜਾਣਦੇ ਨਹੀਂ ਵੀ ਮੈਂ ਕਿੱਡਾ ਕੁ ਵੱਡਾ ਗੁੰਡਾ। ਸ਼ਾਇਦ ਉਹਨੂੰ ਉਹ ਮਜਬੂਰੀ 'ਚ ਦਿਖਾਉਣਾ ਹੀ ਪੈ ਗਿਆ ਵੀ ਮੈਂ ਤਾਂ ਐਡਾ ਵੱਡਾ ਗੁੰਡਾ। ਪਰੰਤੂ ਉਹਦੇ ਵਿੱਚ ਜਿਸ ਕਿਸਮ ਨਾਲ ਵੀਡੀਓ ਆ ਰਹੇ ਨੇ, ਹਾਲੇ ਉਹਨਾਂ ਦੀ ਪੁਸ਼ਟੀ ਤਾਂ ਨਹੀਂ ਹੋਈ, ਮੈਨੂੰ ਨਹੀਂ ਪਤਾ ਸੱਚ ਕਿੰਨਾ ਹੈ, ਪਰ ਉਹ ਵੀਡੀਓਜ਼ ਤੋਂ ਇਹ ਲੱਗ ਰਿਹਾ ਵੀ ਜਿਸ ਕਿਸਮ ਨਾਲ ਉਹ ਆਪਣੀ ਚੱਡਿਆਂ 'ਚ ਪੂਛ ਲੈ ਕੇ ਪੰਜਾਬੀ 'ਚ ਕਹਿੰਦੇ ਹੁੰਦੇ ਨੇ ਭੱਜਿਆ, ਉਹ ਤੋਂ ਇਹ ਲੱਗ ਰਿਹਾ ਵੀ ਉਹ ਇੱਕ ਵਾਰ ਉਹ ਪੂਰੀ ਤਰ੍ਹਾਂ ਫੇਲ ਹੋ ਗਿਆ। ਜਿਹੜਾ ਉਹ ਕਹਾਉਂਦਾ ਸੀ ਨਾ ਵੀ ਮੈਂ ਬਹੁਤ ਵੱਡਾ ਗੁੰਡਾ। ਦੇਖੋ ਕੁਛ ਮਾਵਾਂ ਦੇ ਪੁੱਤ ਮਰੇ, ਨੁਕਸਾਨ ਤਾਂ ਬਹੁਤ ਹੋਇਆ ਵਿਚਾਰਿਆਂ ਦਾ, ਇਹ ਨਹੀਂ ਮੈਂ ਕਹਿੰਦਾ। ਅੱਛਾ ਗੰਭੀਰ ਸੱਟਾਂ ਕਿੰਨਿਆਂ ਦੇ ਲੱਗੀਆਂ ਅਜੇ ਹਾਲੇ ਉਹਦਾ ਰਿਕਾਰਡ ਨਹੀਂ ਆਇਆ। ਹਾਲੇ ਆਪਾਂ ਤਾਂ ਸਿਰਫ ਡੈਥਸ ਦੀ ਗੱਲ ਕਰਦੇ ਹਾਂ। ਜਿਹੜੀ ਡੈਥਸ 4-5 ਕਿਸਾਨਾਂ ਦੀ ਹੋ ਗਈ, 2-3 ਹੋਰ ਵਿਅਕਤੀਆਂ ਦੀ ਹੋ ਗਈ ਜਿਹੜੇ ਉਹਨਾਂ ਦੇ ਨਾਲ ਸੀ। ਹੁਣ ਉਹ ਨਾਲ ਤਾਂ ਚਲੇ ਗਏ, ਮੈਨੂੰ ਨਹੀਂ ਪਤਾ ਉਹ ਮੰਤਰੀ ਦਾ ਮੁੰਡਾ ਕਿਹੜਾ ਦੱਸ ਕੇ ਲੈ ਗਿਆ ਹੋਣਾ ਵੀ ਉੱਥੇ ਮਰਨਾ ਹੈ। ਇੱਦਾਂ ਦੀ ਤਾਂ ਮੁੜ ਕੇ ਪਤਾ ਨਹੀਂ ਕੀ ਹੋਇਆ, ਕਿਵੇਂ ਹੋਇਆ, ਗੱਡੀ ਪਲਟ ਗਈ, ਸੱਟ ਲੱਗੀ, ਕੀ ਲੱਗਿਆ। ਉਹ ਪੋਸਟਮਾਰਟਮ ਰਿਪੋਰਟ ਹੈ ਜਿਹੜੀ ਉਹ ਕੀ ਕਹਿੰਦੀ ਹੈ। ਦੂਜਾ ਸਾਡੇ ਮੁਲਕ 'ਚ ਇਹ ਵੀ ਪਤਾ ਪੋਸਟਮਾਰਟਮ ਰਿਪੋਰਟਾਂ ਵੀ ਕਿਵੇਂ ਆਉਂਦੀਆਂ ਨੇ, ਉਹਦਾ ਵੀ ਸਾਨੂੰ ਸਾਰਾ ਕੁਝ ਪਤਾ ਹੈ ਕਿਵੇਂ ਹੋ ਜਾਂਦੀ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦੀ ਇੱਕ ਸਿਚੁਏਸ਼ਨ ਲੱਗੀ। ਪਰੰਤੂ ਜਿਹੜੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਇਸ ਮੁੱਦੇ ਨੂੰ ਛੇਤੀ ਬਣਾਉਣਾ ਚਾਹੁੰਦੀਆਂ ਨੇ। ਉਹਦਾ ਕਾਰਨ ਇਹ ਹੈ ਕਿ ਉੱਥੇ ਬਹੁਤ ਜਿਹੜੀ ਵਸੋਂ ਹੈ ਉਹ ਸਿੱਖਾਂ ਦੀ ਹੈ। ਉਹ ਸਿੱਖਾਂ ਦੀ ਵਸੋਂ ਦਾ ਜਾਂ ਪੰਜਾਬੀ ਵਸੋਂ ਦਾ ਆਪਾਂ ਕਹਿ ਲਈਏ, ਕਿਉਂਕਿ ਸਿੱਖ ਮੈਂ ਇਸ ਕਰਕੇ ਨਹੀਂ ਕਹਿ ਰਿਹਾ, ਸਿੱਖ ਤਾਂ ਉਹ ਬਣਾਉਣਾ ਚਾਹੁੰਦੇ ਨੇ ਇੱਦਾਂ ਦਾ। ਉਹ ਮੈਂ ਇਹ ਕਹੂੰਗਾ ਕਿ ਜਿਹੜੀ ਉੱਥੇ ਪੰਜਾਬੀ ਵਸੋਂ ਹੈ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਉੱਥੇ ਖੇਤੀਬਾੜੀ ਜਿਹੜੀ ਚਲਾਈ ਹੈ, ਸਰਕਾਰ ਨੇ ਮਦਦ ਵੀ ਕੀਤੀ ਉਦੋਂ ਉਹਨਾਂ ਦੀ, ਤੇ ਹੁਣ ਉਹ ਯੂਪੀ ਸਰਕਾਰ ਜਾਂ ਉਹਨਾਂ ਨੂੰ ਦੰਗੇ ਦੁੰਗੇ ਕਰਾ ਕੇ ਦੋ ਫਾਇਦੇ ਲੈਣੇ ਚਾਹੁੰਦੇ ਨੇ। ਇੱਕ ਤਾਂ ਵੀ ਜੇ ਕਿਸੇ ਤਰ੍ਹਾਂ ਉੱਥੋਂ ਉਹਨਾਂ ਨੂੰ ਭਜਾਈਏ। ਉੱਥੇ ਇੱਕ ਹੋਰ ਦਿੱਕਤ ਹੈ, ਉੱਥੇ ਬਹੁਤ ਸਾਰੀ ਜ਼ਮੀਨ ਹਾਲੇ ਵੀ ਲੀਜ਼ 'ਤੇ ਕਹਿੰਦੇ ਜਿਹਨੂੰ ਨਾ ਆਪਾਂ ਪੱਟੇ 'ਤੇ ਹੈ। ਉਹ ਕਿਸਾਨ ਹਾਲੇ ਪੂਰੀ ਤਰ੍ਹਾਂ ਮਾਲਕ ਨਹੀਂ ਹੈਗੇ ਉਹਦੇ, ਬਹੁਤ ਸਾਰੇ। ਉੱਥੇ ਆਹ ਦਿੱਕਤ ਹੈ। ਇਸ ਕਰਕੇ ਸਰਕਾਰ ਚਾਹੁੰਦੀ ਹੈ ਕਿ ਆਪਾਂ ਇਸ ਦਬਾਅ ਦੇ ਥੱਲੇ ਇਹਨਾਂ ਨੂੰ ਕਿਸੇ ਤਰ੍ਹਾਂ ਇਹਨਾਂ ਨਾਲ ਇੱਕ ਦੰਗਾ ਖੜਾ ਕਰੀਏ। ਜਿਹੜਾ ਉਹ ਦੰਗਾ ਹੈ ਉਹ ਪੰਜਾਬੀ ਵਰਸਸ ਯੂਪੀ ਵਾਲੇ ਹੋ ਜਾਵੇ, ਤਾਂ ਕਿ ਫਿਰ ਇਹਨਾਂ ਤਸ਼ੱਦਦ ਕਰਕੇ ਉਹ ਪੋਲਰਾਈਜੇਸ਼ਨ ਕਰਕੇ ਯੂਪੀ ਵਾਲਿਆਂ ਦੀਆਂ ਸਾਰੀਆਂ ਵੋਟਾਂ ਬੀਜੇਪੀ ਆਪਣੇ ਖਾਤੇ 'ਚ ਪਾ ਲਵੇ। ਹੁਣ ਉਹਨੂੰ ਬਚਾਉਣ ਲਈ ਕੁਦਰਤੀ ਹੈ ਦੋ ਕਾਰਨ ਜਿਹੜੇ ਮੈਂ ਤੁਹਾਨੂੰ ਦੱਸਦਾ। ਇੱਕ ਤਾਂ ਉੱਥੇ ਟਕੈਤ ਸਾਹਿਬ ਦੇ ਨਾਲ ਇੱਕ ਹੋਰ ਕਿਸਾਨ ਆਰਗੇਨਾਈਜੇਸ਼ਨ ਹੈ ਜਿਹੜੀ ਉੱਥੇ ਹਾਵੀ ਹੈ, BM ਸਿੰਘ ਵੀ ਹਾਵੀ ਹੈ, ਤੇ ਜਿਹੜਾ ਉੱਥੋਂ ਦੀਆਂ ਕੁਝ ਹੋਰ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸੰਯੁਕਤ ਮੋਰਚੇ ਦੇ ਨਾਲ ਨਹੀਂ ਜੀ, ਪਰੰਤੂ ਜਿਹੜਾ ਨੈਤਿਕ ਦਬਾਅ ਉਹਨਾਂ 'ਤੇ ਵੀ ਇੰਨਾ ਆ ਗਿਆ, ਹੁਣ ਉਹਨਾਂ ਨੂੰ ਵੀ ਪਿੱਛੇ ਹਟਣਾ ਬਹੁਤ ਔਖਾ ਹੈ। ਉਹ ਇਸ ਕਿਸਮ ਨਾਲ ਆਪਦੀ ਇੱਥੇ ਸਾਜ਼ਿਸ਼ ਚਲਾਉਣਾ ਚਾਹੁੰਦੇ ਸੀ ਸਰਕਾਰ ਵਾਲੇ ਕਿ ਇਹਨਾਂ ਨੂੰ ਜਥੇਬੰਦੀਆਂ ਨੂੰ ਆਪਸ ਵਿੱਚ ਲੜਾਈ ਹੋ ਜਾਊਗੀ। ਪਰ ਮੈਨੂੰ ਲੱਗਦਾ ਵੀ ਪਰਮਾਤਮਾ ਦੀ ਕਿਰਪਾ ਨਾਲ ਇੱਥੇ ਵੀ ਜਿਹੜੇ ਕਿਸਾਨ ਨੇ ਉਹ ਇਸ ਗੱਲੋਂ ਬਚਦੇ ਦਿਖਾਈ ਦੇ ਰਹੇ ਨੇ ਕਿ ਅੰਦੋਲਨ ਦੇ ਵਿੱਚ ਹਿੰਸਾ ਨਾ ਹੋਵੇ। ਜਿਹੜੀ ਗੱਲ ਤੁਸੀਂ ਕਹੀ ਹੈ ਇੱਕ ਇਹ ਵੀ ਇੰਨਾ ਕਾਹਲ ਕਿਵੇਂ ਕਰਕੇ ਸਮਝੌਤੇ ਦੀ, ਇਹ ਵੀ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦਿੰਦਾ, ਪਰ ਰਾਜਨੀਤਿਕ ਪਾਰਟੀਆਂ ਵਾਲੀ ਗੱਲ ਬਾਅਦ 'ਚ ਕਰਦੇ ਹਾਂ। ਇਹਦਾ ਕਾਰਨ ਵੀ ਇਹੀ ਹੈ, ਕਿਸਾਨਾਂ 'ਤੇ ਵੀ ਇੱਕ ਬਹੁਤ ਵੱਡਾ ਦਬਾਅ ਹੈ ਕਿ ਗੱਲ ਹੱਥੋਂ ਨਾ ਨਿਕਲ ਜੇ। ਜਿਵੇਂ 26 ਤਰੀਕ ਦੀ ਜਿਹੜੀ 26 ਜਨਵਰੀ ਦੀ ਘਟਨਾ, ਹਾਲੇ ਤੱਕ ਕਿਸਾਨ ਉਹਨੂੰ ਸੁਲਝਾਉਂਦੇ ਆ ਰਹੇ ਨੇ ਜੀ। ਉਹ ਚਾਹੇ ਉਹ ਸਾਜ਼ਿਸ਼ ਉਹਦੇ ਵਿੱਚ ਸਰਕਾਰ ਦੀ ਜਿੱਡੀ ਮਰਜ਼ੀ ਹੋਵੇ, ਤੇ ਹੁਣ ਵੀ ਸਰਕਾਰ ਦੀ ਸਾਜ਼ਿਸ਼ ਹੋ ਸਕਦੀ ਹੈ, ਬੀਜੇਪੀ ਦੀ ਸਾਜ਼ਿਸ਼ ਹੋ ਸਕਦੀ ਹੈ, ਪਰ ਇਹਦੇ ਲਈ ਵੀ ਕਿਸਾਨ ਬਹੁਤ ਸੁਚੇਤ ਨੇ। ਕਿਸਾਨ ਜਿਹੜੇ ਨੇਤਾ ਨੇ ਉਹ ਸੁਚੇਤ ਹੁੰਦੇ ਹੋਏ
ਆਪਣੀ ਇਸ ਗੱਲ ਤੇ ਚੱਲ ਰਹੇ ਨੇ ਕਿ ਅੰਦੋਲਨ ਨੂੰ ਅਸੀਂ ਮੋੜ ਨਹੀਂ ਕੱਟਣ ਦੇਣਾ, ਹਿੰਸਾ ਵਾਲੇ ਪਾਸੇ ਲੈ ਕੇ ਨਹੀਂ ਜਾਣ ਦੇਣਾ। ਜਦੋਂ ਕਿ ਸਰਕਾਰ ਦੀ ਇੱਛਾ ਹੈ, ਸਰਕਾਰ ਦੀ ਇੱਛਾ ਇਹੀ ਸੀ ਜੇ ਹੁਣ ਇਹ ਬਰਾਬਰ ਦੇ ਕੇਸ, ਇਹ ਤਾਂ ਲੋਕਾਂ ਦਾ ਦਬਾਅ ਪੈ ਗਿਆ, ਜੇ ਹਜੇ ਕਰੂਗੀ ਸਰਕਾਰ ਚਲਾਕੀ, ਉਹ ਚਲਾਕੀ 'ਚ ਉਹਨਾਂ ਨੇ ਮਤਲਬ 100 200 500 ਕਿਸਾਨਾਂ ਨੂੰ ਫਸਾ ਲੈਣਾ। ਜਦੋਂ 100 200 ਕਿਸਾਨ ਫਸ ਗਏ, ਉਹਨਾਂ ਨੇ ਬਰਾਬਰ ਦਾ ਕੇਸ ਬਣਾ ਕੇ ਉਹਨਾਂ 'ਤੇ ਧਰਾਵਾਂ ਵੱਡੀਆਂ ਲਾ ਦੇਣੀਆਂ ਨੇ, ਇਹਨਾਂ 'ਤੇ ਕੁਛ ਲਾ ਦੇਣੀਆਂ ਨੇ। ਉਹ ਜਦੋਂ ਵਿਚਾਰੇ ਕਚਹਿਰੀਆਂ 'ਚ ਰੁਲਣਗੇ, ਬੜਾ ਦਬਾਅ ਉਹਨਾਂ 'ਤੇ ਆ ਜਾਂਦਾ। ਸੋ ਇਸ ਕਿਸਮ ਨਾਲ ਮੈਨੂੰ ਲੱਗਦਾ ਹੈ ਕਿ ਕਿਸਾਨ ਲੀਡਰਸ਼ਿਪ ਹੈ ਜਿਹੜੀ, ਉਹ 'ਤੇ ਇਹ ਬਹੁਤ ਵੱਡਾ ਦਬਾਅ ਹੈ ਕਿ ਅੰਦੋਲਨ ਨੂੰ ਹਿੰਸਕ ਹੋਣ ਤੋਂ ਕਿਵੇਂ ਬਚਾਇਆ ਜਾਵੇ। ਦੂਸਰਾ, ਕਈ ਲੋਕ ਆਲੋਚਨਾ ਕਰਨ ਵਾਲੇ ਕਰਦੇ ਨੇ, ਔਰ ਸਰਕਾਰ ਵੀ ਕਰਾਊਗੀ ਮੀਡੀਆ ਦੇ ਰਾਹੀਂ ਇਹ ਆਲੋਚਨਾ ਜੀ। ਉਹ 'ਚ ਮੈਂ ਸਮਝਦਾ ਕਿ ਜਿਹੜਿਆਂ ਦੀ ਵਿਚਾਰਿਆਂ ਦੀ ਡੈਥ ਹੋ ਗਈ, ਡੈਥ ਤੋਂ ਉੱਪਰ ਤਾਂ ਕੁਝ ਨਹੀਂ ਹੁੰਦਾ, ਕੰਪਨਸੇਸ਼ਨ ਕੋਈ ਚੀਜ਼ ਨਹੀਂ ਹੁੰਦੀ। ਜੇ ਤੁਸੀਂ ਕਹੋ ਡੈਥ ਦਾ ਉਹਦਾ ਕੋਈ ਕੰਪਨਸੇਸ਼ਨ ਨਹੀਂ ਹੈਗਾ, ਉਹ ਤਾਂ ਪਿੱਛੇ ਰਹਿਣ ਵਾਲਿਆਂ ਲਈ ਥੋੜ੍ਹਾ ਜਿਹਾ ਧਰਵਾਸ ਹੈ। ਉਹਦੇ ਵਿੱਚ ਇਹ ਹੁੰਦਾ ਹੈ ਕਿ ਕਿਸਾਨ ਲੀਡਰਸ਼ਿਪ ਨੇ ਦੇਖਿਆ ਕਿ ਜੋ ਕੁਛ ਸਰਕਾਰ ਵੀ ਦਬਾਅ 'ਚ ਆ ਕੇ ਮੰਨਦੀ ਨਹੀਂ ਹੁੰਦੀ ਕਿ ਜੋ ਕੁਛ ਮੰਨਿਆ ਉਹ 'ਚ ਦਵਾਈ। ਮੈਨੂੰ ਇਹ ਲੱਗਦਾ ਵੀ ਇਹ ਸਾਰਾ ਕੁਛ ਇਸ ਕਰਕੇ ਹੋਇਆ ਹੈ। ਧਾਲੀਵਾਲ ਸਾਹਿਬ, ਉਹਦੀ ਇੱਕ ਹੋਰ ਚੀਜ਼ ਹੈ ਕਿ ਜਿਹੜਾ ਸੁਪਰੀਮ ਕੋਰਟ ਆ ਉਹ ਕਹਿੰਦਾ ਕਿ ਖੇਤੀ ਕਾਨੂੰਨ ਜਦੋਂ ਲਾਗੂ ਨਹੀਂ ਹੋਏ, ਉਹਨਾਂ 'ਤੇ ਰੋਕ ਲੱਗੀ ਹੋਈ ਹੈ, ਤਾਂ ਜਿਹੜੇ ਕਿਸਾਨ ਨੇ ਉਹ ਪ੍ਰਦਰਸ਼ਨ ਕਿਉਂ ਕਰ ਰਹੇ ਨੇ? ਸੁਪਰੀਮ ਕੋਰਟ ਦੀ ਟਿੱਪਣੀ ਹੈ, ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਇਹਨੂੰ ਪਰਸਨਲੀ ਐਜ ਏ ਸਟੂਡੈਂਟ ਆਫ ਲਾ ਵੀ ਮੈਂ ਇਹ ਸਮਝਦਾ ਕਿ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦਾ, ਸਤਿਕਾਰਯੋਗ ਹਾਈ ਕੋਰਟ ਜਾਂ ਸਤਿਕਾਰਯੋਗ ਸੁਪਰੀਮ ਕੋਰਟ ਦਾ ਜਿਹੜਾ ਮੇਨ ਕੰਮ ਹੈ ਜੀ, ਉਹ ਹੈ ਲਾ ਨੂੰ ਇੰਪਲੀਮੈਂਟ ਕਰਨਾ ਜੀ। ਲਾ ਬਣਾਉਣਾ, ਲਾ ਹਟਾਉਣਾ, ਅਬੋਲਿਸ਼ ਕਰਨਾ, ਰੱਦ ਕਰਨਾ, ਇਹ ਸੁਪਰੀਮ ਕੋਰਟ ਦਾ ਕੰਮ ਨਹੀਂ। ਇਹ ਸੁਪਰੀਮ ਕੋਰਟ ਦਾ ਕੰਮ ਸਿਰਫ ਉਸ ਸਿਚੁਏਸ਼ਨ 'ਚ ਹੀ ਹੈ ਜੇਕਰ ਉਹ ਲਾ ਕਨਸਟੀਟਿਊਸ਼ਨ ਦੇ ਖਿਲਾਫ ਹੈ। ਫਿਰ ਸੁਪਰੀਮ ਕੋਰਟ ਕਹਿ ਸਕਦੀ ਹੈ ਕਿ ਇਹ ਲਾ ਜਿਹੜਾ ਸਾਡੀ ਕਨਸਟੀਟਿਊਸ਼ਨ ਦੀ ਸਪਿਰਿਟ ਦੇ ਖਿਲਾਫ ਹੈ, ਇਸ ਕਰਕੇ ਇਹ ਲਾ ਨੂੰ ਰੱਦ ਕੀਤਾ ਜਾਵੇ। ਸੋ ਸੁਪਰੀਮ ਕੋਰਟ ਨੂੰ ਵੀ ਮੇਰੇ ਖਿਆਲ 'ਚ ਸਰਕਾਰਾਂ ਵਰਤਣ ਦੀ ਕੋਸ਼ਿਸ਼ ਕਰਦੀਆਂ ਨੇ, ਔਰ ਚਾਹੀਦਾ ਇਹ ਹੈ ਕਿ ਸੁਪਰੀਮ ਕੋਰਟ ਨਾ ਵਰਤਿਆ ਜਾਵੇ ਤਾਂ ਵਧੀਆ ਹੈ, ਕਿਉਂਕਿ ਉਸ ਸਮੇਂ ਵੀ ਬਹੁਤ ਸਾਰੇ ਇੱਦਾਂ ਦੇ ਕਮੈਂਟ ਆਏ ਜਦੋਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ। ਅਤੇ ਜੇਕਰ ਸੁਪਰੀਮ ਕੋਰਟ ਸੱਚੇ ਹੀ ਇੰਨਾ ਸਨਸੀਅਰ ਹੈ ਤਾਂ ਮੈਨੂੰ ਲੱਗਦਾ ਉਹ ਕਮੇਟੀ ਨੂੰ ਅੱਗੇ ਤੋਰਨਾ ਚਾਹੀਦਾ ਸੀ, ਉਹਨਾਂ ਦੀ ਰਿਪੋਰਟ 'ਤੇ ਸੁਪਰੀਮ ਕੋਰਟ ਨੂੰ ਕੰਮ ਕਰਨਾ ਚਾਹੀਦਾ ਸੀ। ਮਤਲਬ ਸੁਪਰੀਮ ਕੋਰਟ ਵੀ ਇੱਥੇ ਢਿੱਲਾ ਚੱਲਿਆ ਨਾ ਬਹੁਤ। ਕਿਉਂ ਚੱਲਿਆ ਇਹ ਤਾਂ ਮੇਰਾ ਅਧਿਕਾਰ ਨਹੀਂ, ਮੈਨੂੰ ਬੜਾ ਔਖਾ ਹੈ ਮਾਨਯੋਗ ਸੁਪਰੀਮ ਕੋਰਟ 'ਤੇ ਮੈਂ ਕੋਈ ਕਮੈਂਟ ਕਰਾਂ, ਪਰ ਆਮ ਲੋਕਾਂ ਨੂੰ ਇਹ ਤਾਂ ਸਮਝ ਆ ਰਹੀ ਹੈ ਵੀ ਜਦੋਂ ਕਮੇਟੀ ਇੱਕ ਬਣੀ ਸੀ ਔਰ ਕਮੇਟੀ ਦੀ ਇੰਨੀ ਚਿਰ 'ਚ ਉਹਦੀ ਰਿਪੋਰਟ ਲਾਗੂ ਕਰਨੀ ਸੀ, ਉਹ ਰਿਪੋਰਟ ਹਾਲੇ ਤੱਕ ਜਨਤਕ ਵੀ ਨਹੀਂ ਕੀਤੀ ਲਾਗੂ ਕਰਨੀ ਕੀ, ਲੋਕਾਂ ਨੂੰ ਦੱਸਿਆ ਵੀ ਨਹੀਂ ਕਿ ਉਹ ਰਿਪੋਰਟ ਨੇ ਕਿਹਾ ਕੀ ਹੈ। ਉਹਦੇ ਵਿੱਚੋਂ ਆਮ ਲੋਕਾਂ ਦੇ ਵਿੱਚ ਇੱਕ ਇਹ ਮਨ 'ਚ ਸ਼ੰਕਾ ਖੜੀ ਹੁੰਦੀ ਹੈ ਵੀ ਇਹਦਾ ਮਤਲਬ ਉਹ ਜਿਹੜੀ ਰਿਪੋਰਟ ਹੈ ਉਹ ਸ਼ਾਇਦ ਸਰਕਾਰ ਦੇ ਉਲਟ ਹੋਵੇ, ਇਸ ਕਰਕੇ ਸਰਕਾਰ ਨੇ ਉਹਨੂੰ ਦਬਾ ਲਿਆ। ਲੋਕਾਂ ਦੇ ਮਨਾਂ ਵਿੱਚ ਇੱਕ ਇੱਦਾਂ ਦਾ ਭਾਵਨਾ ਬਣ ਰਹੀ ਹੈ, ਇੱਦਾਂ ਦੀ ਇੱਕ ਜੱਜਮੈਂਟ ਬਣ ਰਹੀ ਹੈ ਕਿ ਇਹ ਸਾਰਾ ਕੁਛ ਸੁਪਰੀਮ ਕੋਰਟ ਹੈ ਜਿਹੜੀ, ਉਹ ਵੀ ਸਰਕਾਰ ਮੁਤਾਬਕ ਹੀ ਚੱਲ ਰਹੀ ਹੈ ਜੀ। ਸੋ ਇਸ ਕਰਕੇ ਸੁਪਰੀਮ ਕੋਰਟ ਨੇ ਜੇ ਕੋਈ ਦਖਲ ਦੇਣਾ ਇਹਦੇ ਵਿੱਚ, ਮੇਰਾ ਖਿਆਲ ਹੈ ਪਹਿਲਾਂ ਸਤਿਕਾਰਯੋਗ ਸੁਪਰੀਮ ਕੋਰਟ ਨੂੰ ਆਪਣੀ ਭੂਮਿਕਾ ਇਸ ਤਰ੍ਹਾਂ ਪੇਸ਼ ਕਰਨੀ ਪਏਗੀ ਜਿੱਥੇ ਇਹ ਦਿਖਾਈ ਦੇਵੇ ਕਿ ਸੁਪਰੀਮ ਕੋਰਟ ਵਾਕਈ ਨਿਰਪੱਖ ਹੈ, ਉਹਦਾ ਸਰਕਾਰ ਨਾਲ ਕੁਝ ਨਹੀਂ, ਅਤੇ ਉਹਨੇ ਕਨਸਟੀਟਿਊਸ਼ਨ ਨੂੰ ਬਚਾਉਣ 'ਤੇ ਹੀ ਗੱਲ ਕੀਤੀ ਹੈ। ਔਰ ਉਹਦੇ ਵਿੱਚ ਪਹਿਲਾਂ ਮੈਨੂੰ ਇਹ ਲੱਗਦਾ ਹੈ ਕਿ ਚੰਗਾ ਹੋਵੇ, ਹੋਰ ਵਧੀਆ ਹੋਵੇ ਜੇ ਸਾਡੀ ਸੁਪਰੀਮ ਕੋਰਟ ਇਹਦਾ ਆਪਣੇ ਆਪ ਨੋਟਿਸ ਲੈ ਕੇ ਇਹ ਕਲੀਅਰ ਕਰੇ ਕਿ ਕੀ ਇਹ ਜਿਹੜੇ ਕਾਨੂੰਨ ਨੇ ਇਹ ਸਟੇਟ ਦੇ ਵਿੱਚ ਦਖਲ ਤੇ ਨਹੀਂ ਹੈਗਾ। ਜੇ ਸਟੇਟ ਦੇ ਵਿੱਚ ਦਖਲ ਹੈ ਫਿਰ ਇਹਨੂੰ ਰੱਦ ਕਰੇ, ਕਨਸਟੀਟਿਊਸ਼ਨ ਦੀ ਸਪਿਰਿਟ ਦੇ ਉਲਟ ਹੈ। ਕਿਉਂਕਿ ਅਸੀਂ ਤਾਂ ਇਹ ਮੰਨੀ ਜਾਂਦੇ ਹਾਂ, ਅਸੀਂ ਤਾਂ ਹੁਣ ਤੱਕ ਸਾਨੂੰ ਤਾਂ ਇਹੀ ਪੜ੍ਹਾਇਆ ਗਿਆ, ਇਹੀ ਪੜ੍ਹਿਆ ਕਿ ਜਿਹੜਾ ਖੇਤੀਬਾੜੀ ਹੈ ਇਹ ਸਟੇਟ ਦਾ ਵਿਸ਼ਾ ਹੈ ਜੀ, ਅਤੇ ਫਿਰ ਸੈਂਟਰ ਗਵਰਨਮੈਂਟ ਇੱਦਾਂ ਦੇ ਕਾਨੂੰਨ ਕਿਉਂ ਬਣਾ ਰਹੀ ਹੈ। ਮਤਲਬ ਇਹਦਾ ਨਖੇੜਾ ਸੁਪਰੀਮ ਕੋਰਟ ਨੂੰ ਮੇਰੇ ਖਿਆਲ 'ਚ ਪਹਿਲਾਂ ਕਰਨਾ ਚਾਹੀਦਾ ਹੈ ਬਜਾਏ ਇਸ ਦੇ। ਹੁਣ ਇੱਕ ਪਾਸੇ ਤੇ ਸੁਪਰੀਮ ਕੋਰਟ ਕਹਿ ਦਿੰਦੀ ਹੈ ਕਿ ਜੀ ਐਜੀਟੇਸ਼ਨ ਕਰਨਾ ਉਹਨਾਂ ਦਾ ਅਧਿਕਾਰ ਹੈ, ਦੂਸਰਾ ਸੁਪਰੀਮ ਕੋਰਟ ਕਹਿੰਦੀ ਹੈ ਕਿ ਰਸਤਾ ਉਹਨਾਂ ਨੇ ਰੋਕਣਾ ਨਹੀਂ। ਉਹ ਕਹਿ ਰਹੇ ਨੇ ਕਿ ਰਸਤਾ ਅਸੀਂ ਰੋਕਿਆ ਨਹੀਂ, ਰਸਤਾ ਸਰਕਾਰ ਨੇ ਰੋਕਿਆ ਹੋਇਆ ਹੈ। ਔਰ ਵਾਕਈ ਸਹੀ ਹੈ, ਉੱਥੇ ਮੈਂ ਤਾਂ ਖੁਦ ਜਾ ਕੇ ਦੇਖਿਆ, ਬੈਰੀਕੇਡ ਸਰਕਾਰ ਨੇ ਲਾਏ ਨੇ, ਕਿੱਲਾਂ ਸਰਕਾਰ ਨੇ ਲਾਈਆਂ ਨੇ।
ਮਤਲਬ ਅੱਡੇ ਅੱਡੇ ਬੈਰੀਕੇਡ ਨੇ, ਉੱਥੋਂ ਬੰਦੇ ਵੀ ਹਟਾ ਨਹੀਂ ਸਕਦੇ। ਸੋ ਇਸ ਕਰਕੇ ਇਹਦੇ ਵਿੱਚ ਖਾਸ ਹੀ ਉਲਝਣ ਹੈ। ਜਾਂ ਤਾਂ ਸਰਕਾਰ ਚਾਹਵੇ ਕਿਸਾਨਾਂ ਨਾਲ ਬੈਠ ਕੇ ਇਸ 'ਚ ਸੁਪਰੀਮ ਕੋਰਟ ਨੂੰ ਮੇਰੇ ਮੁਤਾਬਕ ਇਹ 'ਚ ਖਿੱਚਣਾ ਨਹੀਂ ਚਾਹੀਦਾ। ਇਹ 'ਚ ਸਰਕਾਰ ਨੂੰ ਚਾਹੀਦਾ ਕਿ ਉਹ ਕਿਸਾਨਾਂ ਨਾਲ ਬੈਠ ਕੇ ਮਸਲੇ ਦਾ ਹੱਲ ਲੱਭੇ। ਸੁਪਰੀਮ ਕੋਰਟ ਨੂੰ ਜੇ ਸਰਕਾਰ ਵੀ ਇਸ ਤਰ੍ਹਾਂ ਸੋਚ ਰਹੀ ਹੈ, ਮੈਨੂੰ ਤਾਂ ਸਰਕਾਰ ਦੀ ਉਹ ਸਾਜ਼ਿਸ਼ ਲੱਗਦੀ ਹੈ ਕਿ ਇਸ ਨੂੰ ਟੇਢੇ ਢੰਗ ਨਾਲ ਮਸਲੇ ਨੂੰ ਕਿਸੇ ਤਰ੍ਹਾਂ ਠੰਡੇ ਵਸਤੇ 'ਚ ਪਾਇਆ ਜਾਵੇ। ਹਾਲਾਂਕਿ ਸਰਕਾਰ ਉਹੀ ਬੇਇੱਜ਼ਤੀ ਸਮਝ ਰਹੀ ਹੈ ਬਾਰ-ਬਾਰ। ਜੇ ਸਰਕਾਰ ਇਹ ਕਵੇ, ਸੁਪਰੀਮ ਕੋਰਟ ਦੇ ਵਿੱਚ ਜਿੰਨਾ ਕੇਸ ਹੈ, ਸਰਕਾਰ ਨੂੰ ਵੀ ਇਹ ਬਿਆਨ ਦੇ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਕਿ ਜੇਕਰ ਤਾਂ ਸੁਪਰੀਮ ਕੋਰਟ ਨੇ ਇਹਦਾ ਹੱਲ ਲੱਭਤਾ ਠੀਕ ਹੈ, ਨਹੀਂ ਆਪਾਂ ਦੋਨੇ ਬੈਠ ਕੇ ਫਿਰ ਹੱਲ ਲੱਭ ਲਾਂਗੇ। ਮਤਲਬ ਪ੍ਰਧਾਨ ਮੰਤਰੀ ਵੀ ਕੁਝ ਗ੍ਰੇਸ ਦਿਖਾਉਣ ਨਾ। ਮਤਲਬ ਚਾਹੀਦਾ ਉਹਨਾਂ ਨੂੰ ਇਹ ਹੈ ਕਿ ਜਿਹੜਾ ਕਾਨੂੰਨ ਹੈ ਨਾ, ਕਾਨੂੰਨ ਦੋ ਤਰੀਕਿਆਂ ਨਾਲ ਬਣਦਾ। ਜਾਂ ਤਾਂ ਉਹ ਕਿ ਸਰਕਾਰ ਪਹਿਲਾਂ ਲੋਕਾਂ ਤੋਂ ਸਮਝ ਲਵੇ ਕਿ ਲੋਕ ਕਿੱਦਾਂ ਦੇ ਕਾਨੂੰਨ ਚਾਹੁੰਦੇ ਨੇ, ਉਹਦੇ ਮੁਤਾਬਕ ਕਾਨੂੰਨ ਬਣਾ ਦੇਵੇ। ਜਾਂ ਸਰਕਾਰ ਚਾਹੁੰਦੀ ਹੈ ਕਿ ਕਨਸਟੀਟਿਊਸ਼ਨ ਕੀ ਕਹਿੰਦਾ ਹੈ। ਇਸ ਕਾਨੂੰਨਾਂ ਨੇ ਦੋਨੇ ਪਾਸੇ ਭਰਮ ਭੁਲੇਖੇ ਪਾਏ ਨੇ ਕਿ ਇਹਦੇ ਵਿੱਚ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਵੀ ਹੋਈ ਹੈ ਤੇ ਲੋਕ ਵੀ ਇੱਦਾਂ ਦੇ ਕਾਨੂੰਨ ਨਹੀਂ ਚਾਹੁੰਦੇ। ਫਿਰ ਸਮਝ ਨਹੀਂ ਲੱਗਦੀ ਕਿ ਸਰਕਾਰ ਇਹੋ ਜਿਹੇ ਕਾਨੂੰਨ ਕਿਉਂ ਚਾਹੁੰਦੀ ਹੈ। ਉਹ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਨਾ ਵੀ ਅੱਕੀ ਪਲਾਹੀ ਹੱਥ ਮਾਰ ਰਿਹਾ ਹੈ। ਮਤਲਬ ਕਦੇ ਸੁਪਰੀਮ ਕੋਰਟ ਵੱਲ ਨੂੰ ਭੱਜ ਲੈਂਦੇ ਨੇ, ਕਦੇ ਗੱਲ ਕਰਨ ਨੂੰ ਭੱਜ ਲੈਂਦੇ ਨੇ, ਕਦੇ ਕਹਿੰਦੇ ਨੇ ਸਾਤੋਂ ਇੱਕ ਫੋਨ ਕਾਲ ਤੇ ਦੂਰੀ ਹੈ, ਕਦੇ ਉਹ ਕਹਿੰਦੇ ਨੇ ਜੀ ਦਰਵਾਜ਼ੇ ਤਾਂ ਖੁੱਲ੍ਹੇ ਨੇ। ਇਹ ਦੱਸਦੇ ਨਹੀਂ ਹੈਗੇ ਵੀ ਉਹ ਦਰਵਾਜ਼ਾ ਜਿਹੜਾ ਖੁੱਲ੍ਹਾ ਹੈ ਕਿੱਥੇ ਹੈ ਉਹ ਦਰਵਾਜ਼ਾ, ਤਾਂ ਕਿ ਕਿਸਾਨ ਉੱਥੇ ਆ ਕੇ ਗੱਲ ਕਰ ਲੈਣ। ਦੂਜਾ, ਜਦੋਂ ਕਿਸਾਨਾਂ ਨੂੰ ਹਰ ਵਾਰ ਉਹ ਕਹਿੰਦੇ ਨੇ ਤੁਸੀਂ ਪ੍ਰਪੋਜ਼ਲ ਲਿਆਓ, ਜੇ ਆਪਾਂ 1% ਮੰਨ ਵੀ ਲਈਏ ਵੀ ਉਹ ਪ੍ਰਪੋਜ਼ਲ ਨਹੀਂ, ਤਾਂ ਸਰਕਾਰ ਇੱਕ ਬਦਲਵੀਂ ਪ੍ਰਪੋਜ਼ਲ ਲਿਆਵੇ ਕਿ ਪਹਿਲਾਂ ਸਾਡੀ ਆਹ ਪ੍ਰਪੋਜ਼ਲ ਸੀ, ਹੁਣ ਅਸੀਂ ਬਦਲਵੀਂ ਆਹ ਪ੍ਰਪੋਜ਼ਲ ਦੇ ਦਿੰਦੇ ਭਾਈ, ਇਹ ਤੇ ਸਹਿਮਤ ਹੋ। ਮਤਲਬ ਇਸ ਤਰ੍ਹਾਂ ਦੀ ਸਰਕਾਰ ਕੋਈ ਪਹਿਲ ਕਦਮੀ ਨਹੀਂ ਦਿਖਾ ਰਹੀ। ਪਤਾ ਨਹੀਂ ਕਿਉਂ ਬਹੁਤ ਜਿੱਦੀ ਹੋਈ ਪਈ ਹੈ ਇਸ ਗੱਲ 'ਤੇ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ 'ਚ ਸਹੀ ਹੈ, ਸੁਪਰੀਮ ਕੋਰਟ ਸਾਡੀ ਸਤਿਕਾਰਯੋਗ ਹੈ। ਮੈਨੂੰ ਇਹ ਲੱਗਦਾ ਵੀ ਇਹਦੇ ਵਿੱਚ ਸਾਡੀ ਸਰਕਾਰ ਦਾ ਬਹੁਤ ਵੱਡਾ ਗਲਤ ਰੋਲ ਹੋਊਗਾ ਜੇਕਰ ਉਹ ਸੁਪਰੀਮ ਕੋਰਟ 'ਤੇ ਸਿੱਟਦੀ ਹੈ ਸਾਰੀ ਗੱਲ। ਕਾਨੂੰਨ ਬਣਾਉਣਾ, ਕਾਨੂੰਨ ਰੱਦ ਕਰਨਾ, ਕਾਨੂੰਨ 'ਚ ਸੋਧ ਕਰਨੀ, ਇਹ ਸਾਡੀ ਪਾਰਲੀਮੈਂਟ ਦਾ ਅਧਿਕਾਰ ਹੈ ਅਤੇ ਪਾਰਲੀਮੈਂਟ ਲੋਕਾਂ ਦੁਆਰਾ ਚੁਣੀ ਹੋਈ ਹੈ। ਇਹ ਨਾ ਹੋਵੇ ਜੇ ਇੱਦਾਂ ਦੀ ਕੋਈ ਗੱਲ ਹੋ ਗਈ ਤਾਂ ਕੱਲ੍ਹ ਨੂੰ ਜਿਹੜੀ ਨਵੀਂ ਸਰਕਾਰ ਆਊਗੀ ਉਹ ਨਾਅਰਾ ਦੇ ਦੇਵੇ ਵੀ ਅਸੀਂ ਆਹ ਕਾਨੂੰਨ ਬਦਲ ਦਾਂਗੇ, ਫਿਰ ਸਾਰਾ ਕੁਛ ਪਲਟੀ ਵੱਜ ਜੇ, ਉਹ ਰਾਜਨੀਤਿਕ ਮਾਹੌਲ ਖਰਾਬ ਹੋ ਜੇ। ਉਹਦੇ ਨਾਲੋਂ ਬੈਟਰ ਇਹ ਹੈ ਕਿ ਇਹ ਬੈਠ ਕੇ ਮਸਲਾ ਹੱਲ ਹੋਣਾ ਚਾਹੀਦਾ ਹੈ। ਦੂਸਰਾ ਨਾ, ਮੈਂ ਤਾਂ ਇਹ ਪੜ੍ਹਾਇਆ ਹੈ ਨੈਗੋਸ਼ੀਏਸ਼ਨ, ਇੰਡਸਟਰੀਅਲ ਰਿਲੇਸ਼ਨ ਮੈਂ ਪੜ੍ਹਾਇਆ ਹੈ। ਜਿਹੜੇ ਮਸਲੇ ਕੋਰਟ ਰਾਹੀਂ ਹੱਲ ਹੁੰਦੇ ਨੇ ਨਾ, ਉਹ 'ਚ ਇੱਕ ਧਿਰ ਦੀ ਜਿੱਤ ਹੁੰਦੀ ਹੈ, ਇੱਕ ਧਿਰ ਦੀ ਹਾਰ ਹੁੰਦੀ ਹੈ। ਸੋ ਲੋਕ, ਪਰਜਾ ਕਿਹਦੀ ਹੈ? ਪਰਜਾ ਹੈਗੀ ਸਰਕਾਰ ਦੀ। ਸਰਕਾਰ ਕਿਹਦੀ ਹੈ? ਪਰਜਾ ਦੀ। ਜੇ ਦੋਨਾਂ 'ਚੋਂ ਇੱਕ ਧਿਰ ਹਾਰ ਗਈ ਤੇ ਇੱਕ ਜਿੱਤ ਗਈ, ਫਿਰ ਕਿਵੇਂ ਚੱਲੂਗਾ ਕੰਮ? ਇਹ ਬਹੁਤ ਔਖਾ ਕੰਮ ਹੈ। ਸੋ ਇਸ ਕਰਕੇ ਇਹਦੇ ਵਿੱਚ ਨਾ ਪਰਜਾ ਨੂੰ ਹਾਰ ਹੋਣੀ ਚਾਹੀਦੀ ਹੈ, ਨਾ ਸਰਕਾਰ ਨੂੰ ਇਹ ਲੱਗਣਾ ਚਾਹੀਦਾ ਵੀ ਸਾਨੂੰ ਹਰਾਤਾ। ਐਜੀਟੇਸ਼ਨ ਦਾ ਮਤਲਬ ਇਹ ਨਹੀਂ ਜੇ ਸਾਰੀਆਂ ਗੱਲਾਂ ਕਿਸਾਨਾਂ ਦੀਆਂ ਮੰਨੀਆਂ ਗਈਆਂ ਤਾਂ ਸਰਕਾਰ ਹਾਰ ਜੂਗੀ। ਇਸ ਕਰਕੇ ਇਹਦਾ ਵਿੱਚ ਵਿਚਾਲੇ ਦਾ ਰਸਤਾ ਕੱਢ ਕੇ ਜਨਤਾ ਨੂੰ ਸੰਤੁਸ਼ਟ ਕਰਨਾ ਚਾਹੀਦਾ, ਅਤੇ ਜਨਤਾ ਨੂੰ ਵੀ ਲੱਗੇ ਸਾਡੀ ਵੀ ਗੱਲ ਮੰਨੀ ਗਈ ਅਤੇ ਸਰਕਾਰ ਨੂੰ ਲੱਗੇ ਸਾਡੀ ਵੀ ਰਹਿ ਗਈ। ਪਰ ਇਹਦੇ ਵਿੱਚ ਮੈਨੂੰ ਇਹ ਲੱਗਦਾ ਵੱਡਾ ਰੋਲ ਸਰਕਾਰ ਨੂੰ ਦਿਖਾਉਣਾ ਚਾਹੀਦਾ, ਵੱਡਪਣ ਸਰਕਾਰ ਨੂੰ ਦਿਖਾਉਣਾ ਚਾਹੀਦਾ। ਉਹ ਸਰਕਾਰ ਦਿਖਾ ਨਹੀਂ ਰਹੀ। ਇਹ ਪੁੱਠੇ ਰਸਤੇ, ਵਿੰਗੇ ਟੇਢੇ ਰਸਤੇ ਫੜ ਕੇ ਜੇ ਸਰਕਾਰ ਆਪਣੀ, ਜੇ ਆਪਾਂ ਕਹੀਏ ਵੀ ਆਪਣੀ ਲੋਈ ਬਚਾ ਰਹੀ ਹੈ, ਆਪਣੀ ਚਾਦਰ ਬਚਾ ਰਹੀ ਹੈ, ਮੇਰੇ ਖਿਆਲ 'ਚ ਇਹ ਆਮ ਜਨਤਾ ਲਈ ਨੁਕਸਾਨਦੇਹ ਹੋਏਗਾ। ਜੀ ਧਾਲੀਵਾਲ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਇਹ ਸਨ ਸਾਡੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਜੀ, ਜਿਨ੍ਹਾਂ ਨੇ ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਹੈ ਅਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਹੈ ਪ੍ਰਦਰਸ਼ਨਾਂ 'ਤੇ, ਉਹਨਾਂ 'ਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ, ਰੱਬ ਰਾਖਾ।